पहला सेंटेंस है शी सेड टू मी आई शैल ट्रैवल बाय द फास्टेस्ट ट्रेन। हुण इहदे विच की है कि शी सेड टू मी तक दा जिहड़ा हिस्सा आ यानी कि इत्थों तक दा वेट इत्थों मी तक जिन्ना भी हिस्सा है रिपोर्टेड वर्ब दा। ठीक है, इनू रिपोर्टेड वर्ब कवांगे आपां। एंड इत्थों लैके जिहड़ा आ वाला हिस्सा आ दैट इज ऑफ रिपोर्टेड स्पीच। ठीक है, ਹੁਣ ਜਿਹੜਾ ਹੁੰਦਾ ਆ ਨਾ she said to me, ਇਹ ਜਿਹੜਾ said to ਆ ਇਹ ਕਨਵਰਟ ਹੋ ਜਾਂਦਾ ਆ told ਦੇ ਵਿੱਚ। ਠੀਕ ਹੈ, ਆਫਟਰ ਦੈਟ me ਤੋਂ ਬਾਅਦ ਵਿੱਚ ਜਿਹੜਾ ਹਿੱਸਾ ਸਟਾਰਟ ਹੋ ਰਿਹਾ that is reported speech, ਇਨਵਰਟਡ ਕੋਮਾਸ ਹਟ ਕੇ ਲੱਗ ਜਾਂਦਾ ਆ ਉਹਦੀ ਜਗ੍ਹਾ ਤੇ that। ਐਂਡ ਜਿਹੜਾ ਹੁੰਦਾ ਆ she ਸੌਰੀ ਆਈ ਜਿਹੜਾ ਆ ਕਿਉਂਕਿ ਇੱਕ ਫਸਟ ਪਰਸਨ ਆ ਜਾਂ ਕਹਿ ਲਓ ਕਿ ਆਈ ਵੀ ਜਿਹੜੇ ਫਸਟ ਪਰਸਨ ਹੁੰਦੇ ਇਹ ਚੇਂਜ ਹੁੰਦੇ ਸਬਜੈਕਟ ਦੇ ਹਿਸਾਬ ਨਾਲ। ਰਿਪੋਰਟਡ ਵਰਬ ਵਿੱਚ she ਜਿਹੜਾ ਆ ਉਹ ਤੁਹਾਡਾ ਸਬਜੈਕਟ ਆ, ਸੋ ਆਈ ਦੀ ਜਗ੍ਹਾ ਆ ਗਿਆ she। ਐਂਡ ਜਿਹੜਾ ਆ shall ਉਹਦੀ ਕਨਵਰਸ਼ਨ ਕਾਦੇ ਚ ਹੋਗੀ should ਦੇ ਵਿੱਚ। ਠੀਕ ਹੈ, ਸੋ shall ਦਾ ਬਣ ਗਿਆ should। ਬਾਕੀ travel by the fastest train ਉਹ ਸਾਰਾ ਸੈਂਟੈਂਸ ਐਜ਼ ਇਟ ਇਜ਼ ਹੀ ਰਿਹਾ, ਇਨਵਰਟਡ ਕਾਮਾਸ ਹਟ ਗਏ ਕਿਉਂਕਿ ਆਪਾਂ that ਲਗਾ ਦਿੱਤਾ ਸੀ। ਨੈਕਸਟ ਤੁਹਾਡਾ ਸੈਕਿੰਡ ਆ ਸੈਂਟੈਂਸ the clerk said to us I am very busy now। ਕਲਰਕ ਨੇ ਕਹਿੰਦੇ ਕਿ ਸਾਨੂੰ ਕਿਹਾ, ਕਲਰਕ said to us, us मतलब ਸਾਨੂੰ ਕਿਹਾ ਜਾਣਾ। ਠੀਕ ਹੈ, I am very busy now ਕਿ ਮੈਂ ਹੁਣ ਬਹੁਤ ਬਿਜ਼ੀ ਆ। ਜਿਹੜਾ said to ਆ said to ਕਨਵਰਟ ਹੋ ਗਿਆ told ਵਿੱਚ, ਫਿਰ us ਇਨਵਰਟਡ ਕਾਮਾਸ ਹਟ ਕੇ ਲੱਗ ਗਿਆ that, then ਅੱਗੇ ਜਿਹੜਾ ਚੇਂਜ ਹੋਣਾ that is I am। I am ਨੇ ਚੇਂਜ ਹੋਣਾ ਆ, ਇਹ ਚੇਂਜ ਕਾਦੇ ਵਿੱਚ ਹੋ ਗਿਆ ਹੀ ਦੇ ਵਿੱਚ। ਆਈ ਪਹਿਲਾ ਪਰਸਨ ਆ, ਇਹਨੇ ਕਲਰਕ ਦੇ ਹਿਸਾਬ ਨਾਲ ਚੇਂਜ ਹੋਣਾ ਸੀਗਾ। ਠੀਕ ਹੈ, ਸੋ ਆਈ ਕਿਉਂਕਿ ਕਲਰਕ ਇੱਕ ਅਗਰ ਆਪਾਂ ਉਹਨੂੰ ਮੇਲ ਕੰਸੀਡਰ ਕਰਦੇ ਆ ਤਾਂ ਉਹਦੀ ਜਗ੍ਹਾ ਤੇ ਆਪਾਂ ਹੀ ਲਗਾਤਾ। ਐਂਡ ਐਮ ਜਿਹੜਾ ਆ ਐਮ ਦੀ ਜਗ੍ਹਾ ਤੇ ਆਪਾਂ ਲਗਾ ਦਿੱਤਾ ਵਾਜ਼ ਕਿਉਂਕਿ ਇਜ਼ ਐਮ ਆਰ ਜਿਹੜੇ ਆ ਉਹ ਕੱਚ ਕਨਵਰਟ ਹੁੰਦੇ ਵਾਜ਼ ਵਰ ਚ। ਸੋ ਹੀ ਦੇ ਲਈ ਸੁਟੇਬਲ ਸੀ ਵਾਜ਼, ਸੋ ਹੀ ਵਾਜ਼ ਵੈਰੀ ਬਿਜ਼ੀ। ਨਾਓ ਇੱਕ ਟਾਈਮ ਵਰਡ ਜਾਂ ਚਲੋ ਇੱਕ ਐਡਵਰਬ ਆ ਉਹ ਕਨਵਰਟ ਕਾਦੇ ਚ ਹੋ ਗਿਆ ਦੈਨ ਦੇ ਵਿੱਚ। ਠੀਕ ਹੈ, then third sentence है I said to Tom you owe me some money। ਇੱਥੇ ਇੱਕ word ਆ that is owe, ਇਹਦਾ ਮਤਲਬ ਹੁੰਦਾ ਕਰਜ਼ਦਾਰ ਹੋਣਾ। ਜਿੱਦਾਂ ਮੈਂ ਕਹਾਂ ਕਿ I owe you ਕਿ ਮੈਂ ਤੇਰੀ ਕਰਜ਼ਦਾਰ ਰਵਾਂਗੀ। ਠੀਕ ਹੈ ਨਾ, ਇੱਥੇ ਉਹਦਾ ਮਤਲਬ ਹੁੰਦਾ ਵਾ ਜਿੱਦਾਂ ਇਹਨੇ ਕਿਹਾ ਵਾ ਕਿ you owe me some money ਕਿ ਤੂੰ ਮੇਰੇ ਕੁਝ ਪੈਸੇ ਦੇਣੇ ਨੇ। ਠੀਕ ਹੈ ਨਾ, ਸੋ I said to Tom ਮੈਂ ਇਹ Tom ਨੂੰ ਕਿਹਾ, said to ਕਨਵਰਟ ਹੋ ਗਿਆ told ਵਿੱਚ, ਇਨਵਰਟਡ ਕਾਮਾਸ ਹਟ ਕੇ ਲੱਗ ਗਿਆ that। you ਜਿਹੜਾ ਆ ਬੱਚੇ you ਸੈਕਿੰਡ ਪਰਸਨ ਆ, ਸੈਕਿੰਡ ਪਰਸਨ ਆਬਜੈਕਟ ਦੇ ਹਿਸਾਬ ਨਾਲ ਚੇਂਜ ਹੁੰਦਾ ਯਾਨੀ ਕਿ ਟੌਮ ਜਿਹੜਾ ਆ ਟੌਮ ਦੇ ਹਿਸਾਬ ਨਾਲ ਚੇਂਜ ਹੋਏਗਾ ਕਿਉਂਕਿ ਟੌਮ ਜਿਹੜਾ ਆ ਇੱਕ ਲੜਕਾ ਆ ਤੇ ਉਹਦੇ ਲਈ ਫਿਰ ਆਪਾਂ ਹੀ ਵਰਤ ਸਕਦੇ ਸੀ ਯਾਨੀ ਇਹ you ਦੀ ਜਗ੍ਹਾ ਤੇ ਕੀ ਆ ਗਿਆ ਹੀ। ਜਿਹੜਾ ਉਹ ਆ ਇਹ ਹੈਗਾ ਵਰਬ ਦੀ ਪਹਿਲੀ ਫਾਰਮ, ਇਹਦਾ ਕੀ ਬਣ ਗਿਆ V2 ਕਿਉਂਕਿ ਪ੍ਰੈਜ਼ੈਂਟ ਇਨਡੈਫੀਨਿਟ ਪਾਸਟ ਇਨਡੈਫੀਨਿਟ ਵਿੱਚ ਚੇਂਜ ਹੁੰਦਾ ਜਾ ਕੇ। ਠੀਕ ਹੈ, ਸੋ ਉਹਦਾ ਓਡ ਬਣ ਗਿਆ। ਦੈਨ ਮੀ ਨੇ ਚੇਂਜ ਹੋਣਾ ਸੀਗਾ ਸਬਜੈਕਟ ਦੇ ਹਿਸਾਬ ਨਾਲ, ਮੀ ਨੇ ਆਈ ਦੇ ਹਿਸਾਬ ਨਾਲ ਚੇਂਜ ਹੋਣਾ ਸੀਗਾ ਤੇ ਉਹਦੇ ਲਈ ਆਪਾਂ ਮੀ ਹੀ ਵਰਤ ਸਕਦੇ ਹਾਂ ਆਬਜੈਕਟ ਦੀ ਜਗ੍ਹਾ ਤੇ। ਜੇ ਤੇ ਚੀਜ਼ ਅੱਗੇ ਹੋਵੇ ਤੇ ਆਈ ਰਹਿਣਾ, ਜੇ ਚੀਜ਼ ਐਂਡ 'ਚ ਲਿਖੀ ਆ ਫਿਰ ਉਹਦਾ ਮੀ ਹੀ ਬਣਦਾ ਆ। ਇਦਾਂ ਹੀ ਆ ਨਾ, ਹੁਣ ਹੀ ਤੇ ਆਪਾਂ ਆਲਰੇਡੀ ਦੇਖ ਚੁੱਕੇ ਹਾਂ ਸਬਜੈਕਟ, ਫਿਰ ਆ ਤੇ ਆਬਜੈਕਟ ਹੀ ਬਣਨਾ ਸੀ, ਸੋ ਇੱਥੇ ਮੀ ਸਮ ਮਨੀ। ਠੀਕ ਹੈ, ਸੋ ਇਸ ਤਰੀਕੇ ਨਾਲ ਇਹ ਚੇਂਜ ਹੋਇਆ I told Tom that he owed me some money। ठीक है, then fourth हैगा या the poet said sweet are the uses of adversity। ਇਹਦੇ ਵਿੱਚ ਚੇਂजेस ਬੱਚੇ ਕੋਈ ਨਹੀਂ ਕੀਤੇ ਹੈਗੇ, ਬਸ ਇਨਵਰਟਡ ਕਾਮਾਸ ਨੂੰ ਹਟਾ ਕੇ ਆਪਾਂ that ਲਗਾਇਆ। ਉਹਦਾ ਕਾਰਨ ਕੀ ਆ ਕਿ ਆਪਾਂ sweet are ਨੂੰ ਕਿਉਂ ਨਹੀਂ ਚੇਂਜ ਕੀਤਾ। ਤੁਸੀਂ ਗੁਰਬਾਣੀ ਲੈ ਲਓ, ਕੁਰਾਨ ਲੈ ਲਓ ਜਾਂ ਫਿਰ ਸ਼ੇਕਸਪੀਅਰ ਦੀ ਕੋਈ ਪੋਇਮ ਹੋ ਗਈ ਜਾਂ ਭਾਈ ਵੀਰ ਸਿੰਘ ਦੀ ਪੰਜਾਬੀ ਚ ਲਿਖੀ ਹਿੰਦੀ ਚ ਲਿਖੀ ਕਵਿਤਾ ਕੋਈ ਵੀ ਆ ਨਾ ਉਹ ਕਿਸੇ ਕਵੀ ਦੇ ਬੋਲ ਹੁੰਦੇ ਆ। ਹੁਣ ਗੁਰੂ ਸਾਹਿਬਾਨਾਂ ਨੇ ਜੋ ਜੋ ਗੱਲਾਂ ਕੀਤੀਆਂ ਜਾਂ ਲਿਖੀਆਂ ਉਹ ਉਹਨਾਂ ਦੇ ਬੋਲ ਆ। ਠੀਕ ਹੈ ਨਾ, ਸੋ ਇਹ ਚੀਜ਼ਾਂ ਜਿਹੜੀਆਂ ਚੇਂਜ ਨਹੀਂ ਹੁੰਦੀਆਂ ਕਿਤੇ ਵੀ ਹੁਣ ਲਿਖੀਆਂ, ਸੋ ਇਸ ਕਰਕੇ ਆਪਾਂ ਇਸ ਚੀਜ਼ ਨੂੰ ਵੀ ਆਪਾਂ ਚੇਂਜ ਨਹੀਂ ਕਰ ਸਕਦੇ ਕਿਉਂਕਿ ਇਹ ਪੋਇਮ ਦੀਆਂ ਲਾਈਨਸ ਆ। ठीक है, सो इस करके आर दा जेड़ा वो आर ही आपा लिखिया आ। फर्क कितना पिया सिर्फ इनवर्टेड कॉमास हटा के दैट लग गया, सो बन गया स्वीट आर द यूजेस ऑफ एडवर्सिटी। ठीक है, देन फिफ्थ है गया शी सेड टू हर फ्रेंड आई कैन नॉट कम विद यू नाउ।
ਹੁਣ ਇੱਥੇ ਕੀ ਆ, she said to her friend, ਹੁਣ ਬੱਚੇ ਇਹ ਲੜਕੀ ਦੀ ਗੱਲ ਹੋ ਰਹੀ ਆ, ਉਹਦੇ ਫਰੈਂਡ ਦੀ ਗੱਲ ਹੋ ਰਹੀ ਆ। ਹੁਣ ਲੜਕੀ ਦਾ ਫਰੈਂਡ ਕੋਈ ਲੜਕਾ ਵੀ ਹੋ ਸਕਦਾ ਵਾ ਤੇ ਕੋਈ ਲੜਕੀ ਵੀ ਹੋ ਸਕਦੀ ਆ, ਮਤਲਬ ਉਹਦੇ ਜੈਂਡਰ ਬਾਰੇ ਸਾਨੂੰ ਨਹੀਂ ਪਤਾ, ਠੀਕ ਹੈ ਨਾ। ਸੋ ਉਹਦਾ ਕਰਕੇ ਤੁਸੀਂ ਹਿਮ ਜਾਂ ਹਿਜ਼ ਨੂੰ ਸਲੈਸ਼ ਪਾ ਕੇ ਲਿਖ ਸਕਦੇ ਹੋ, ਠੀਕ ਹੈ। ਹੁਣ ਸੈਡ ਟੂ ਕਨਵਰਟ ਹੋ ਗਿਆ ਆ ਟੋਲਡ ਦੇ ਵਿੱਚ, ਫਿਰ ਹਰ ਫਰੈਂਡ ਇਨਵਰਟਿਡ ਕੋਮਸ ਹਟਾ ਕੇ ਉਹਦੀ ਜਗ੍ਹਾ ਤੇ ਲੱਗ ਗਿਆ ਦੈਟ। ਆਈ ਜਿਹੜਾ ਆ, ਆਈ ਨੇ ਸਬਜੈਕਟ ਦੇ ਹਿਸਾਬ ਨਾਲ ਚੇਂਜ ਹੋਣਾ, ਯਾਨੀ ਇੱਥੇ ਕੀ ਆ ਗਿਆ ਇਹਦਾ she, ਠੀਕ ਹੈ। ਦੈਨ ਕੈਨ ਨੋਟ ਜਿਹੜਾ ਵਾ, ਇਹ ਕੈਨ ਹੁੰਦੀ ਵਰਬ ਦੀ ਪਹਿਲੀ ਫਾਰਮ, ਕੁਡ ਹੁੰਦੀ ਆ ਪਾਸਟ ਫਾਰਮ, ਯਾਨੀ ਉਹ ਕੀ ਆ ਪਾਸਟ ਫਾਰਮ ਕਹਿ ਲਓ ਜਾਂ V2 ਕਹਿ ਲਓ। ਸੋ ਕੈਨ ਦਾ ਬਣ ਗਿਆ ਕੁਡ, ਨੋਟ ਲੱਗਾ ਸੀਗਾ ਤੇ ਨਟ ਲਗਾਤਾ, ਯਾਨੀ ਕੈਨ ਨੋਟ ਦਾ ਬਣ ਗਿਆ ਕੁਡਨਟ। ਕੰਮ ਜਿਹੜਾ ਆ, ਕੰਮ ਚੇਂਜ ਹੋ ਜਾਂਦਾ ਗੋ ਦੇ ਵਿੱਚ, ਦੈਨ ਵਿਦ ਦਾ ਵਿਦ ਰਹਿ ਗਿਆ, ਠੀਕ ਹੈ। ਤੇ ਅੱਗੇ ਜਿਹੜਾ ਆ ਨਾ, ਆ ਜਿਹੜਾ ਯੂ ਵਰਡ ਆ, ਯੂ ਵਰਬ ਦੀ ਸੈਕਿੰਡ ਫਾਰਮ ਆ, ਇਹਨੇ ਸਬਜੈਕਟ ਦੇ ਸੌਰੀ ਆਬਜੈਕਟ ਦੇ ਹਿਸਾਬ ਨਾਲ ਚੇਂਜ ਹੋਣਾ। ਕਿਹਦੇ ਨਾਲ ਗੱਲ ਹੋ ਰਹੀ ਆ, ਉਹਦੇ ਫਰੈਂਡ ਨਾਲ, ਆਬਜੈਕਟ ਫਿਰ ਕੀ ਆ ਹਰ ਫਰੈਂਡ। ਹੁਣ ਉਹ ਲੜਕਾ ਹੋਏਗਾ ਤੇ ਹਿਮ ਲਗਾ ਦਿਓ, ਅਗਰ ਲੜਕੀ ਹੋਈ ਤੇ ਹਰ ਲਗਾ ਦਿਓ। ਇਸ ਤੋਂ ਬਾਅਦ ਵਿੱਚ ਨਾਉ ਸੀਗਾ, ਨਾਉ ਦਾ ਕੀ ਬਣ ਗਿਆ ਦੈਨ, ਠੀਕ ਹੈ। ਬੱਚੇ ਸਮਝ ਚ ਆ ਰਹੀ ਹੈ ਕਿੱਦਾਂ ਹੋ ਰਹੇ ਚੇਂਜ? ਹੈਲੋ, ਓਕੇ। ਦੈਨ ਹੈਗਾ ਆ ਤੁਹਾਡਾ 6th ਸੈਂਟੈਂਸ। 6th ਦੇ ਵਿੱਚ ਕਿਹਾ ਗਿਆ ਆ, he said the man has started but he hasn't yet come। ਇਹ ਵਾਲਾ ਸੈਂਟੈਂਸ ਆ ਨਾ, ਇਹ ਪਰਫੈਕਟ ਸੈਂਟੈਂਸ ਆ। ਪਰਫੈਕਟ ਦਾ ਕਿੱਦਾਂ ਪਤਾ ਲੱਗਦਾ, ਹੈਜ਼ ਹੈਵ ਵਰਤੇ ਜਾਂਦੇ ਆ। ਸਾਰਿਆਂ ਨਾਲੋਂ ਈਜ਼ੀ ਪਰਫੈਕਟ ਸੈਂਟੈਂਸਿਸ ਨੂੰ ਚੇਂਜ ਕਰਨਾ ਹੁੰਦਾ ਆ, ਹੈਜ਼ ਦਾ ਹੈਡ ਬਣ ਜਾਂਦਾ, ਚਾਹੇ ਹੈਵ ਲਿਖਿਆ ਉਹਦਾ ਵੀ ਹੈਡ ਹੀ ਬਣਨਾ ਹੁੰਦਾ। ਆਪਾਂ ਪੜਿਆ ਸੀਗਾ ਨਾ ਕਿ ਹੈਵ ਪ੍ਰੈਜ਼ੈਂਟ ਚ ਹੁੰਦੇ ਆ, ਤੇ ਜਿਹੜਾ ਹੈਡ ਉਹ ਪਾਸਟ ਵਿੱਚ ਹੁੰਦਾ, ਤੇ ਹੈਡ ਸਾਰੇ ਸਬਜੈਕਟਾਂ ਨਾਲ ਲੱਗ ਜਾਂਦਾ ਆ। ਉੱਥੇ ਕੋਈ ਆਪਸ਼ਨ ਨਹੀਂ ਹੁੰਦੀ ਕਿ ਤੁਸੀਂ ਹੈਵ ਨੂੰ ਚੂਜ਼ ਕਰੋ ਜਾਂ ਹੈਜ਼ ਨੂੰ ਚੂਜ਼ ਕਰੋ, ਠੀਕ ਹੈ ਨਾ। ਸੋ ਇੱਥੇ ਅਗਰ ਕਿਤੇ ਹੈਜ਼ ਹੈਵ ਲਿਖਿਆ, ਉਹਨੇ ਕਨਵਰਟ ਕਰ ਹੋਣਾ ਹੈਡ ਵਿੱਚ। ਇਹਦੇ ਵਿੱਚ ਚੇਂਜਸ ਕੁਛ ਨਹੀਂ ਆਏ, ਇਨਵਰਟਿਡ ਕੋਮਸ ਨੂੰ ਹਟਾ ਕੇ ਆਪਾਂ ਲਗਾ ਦਿੱਤਾ ਆ ਦੈਟ, ਹੈਜ਼ ਦਾ ਬਣ ਗਿਆ ਹੈਡ, ਇੱਥੇ ਵੀ ਹੈਜ਼ ਨੋਟ ਦਾ ਬਣ ਗਿਆ ਹੈਡੰਟ। ਜਿਹੜਾ ਆਹ ਵਾਲਾ ਹੀ ਆ, ਮੈਂ ਇੱਥੇ ਰਿਪੀਟ ਨਹੀਂ ਕੀਤਾ ਕਿਉਂਕਿ ਆਪਾਂ ਇੱਕ ਵਾਰੀ ਜ਼ਿਕਰ ਕਰ ਚੁੱਕੇ ਸਬਜੈਕਟ ਦਾ, ਮੈਨ ਦੀ ਗੱਲ ਕਰ ਚੁੱਕੇ ਆ। ਬਟ ਫਿਰ ਵੀ ਅਗਰ ਤੁਸੀਂ ਲਗਾਉਣਾ ਆ ਤੇ ਤੁਸੀਂ ਇੱਥੇ ਹੀ ਜਿਹੜਾ ਲਗਾ ਸਕਦੇ ਹੋ, ਗ੍ਰਾਮੈਟਿਕਲੀ ਉਹ ਵੀ ਕਰੈਕਟ ਆ, ਇਹ ਵੀ ਕਰੈਕਟ ਆ, ਠੀਕ ਹੈ। ਅੱਗੇ ਹੈਗਾ ਆ 7th ਸੈਂਟੈਂਸ। 7th ਦੇ ਵਿੱਚ ਉਹਨਾਂ ਨੇ ਕਿਹਾ ਆ, we said to him weather is stormy and the way is long। we said to him ਯਾਨੀ ਅਸੀਂ ਉਸ ਨੂੰ ਕਿਹਾ ਕਿ ਮੌਸਮ ਜਿਹੜਾ ਵਾ ਉਹ ਕਾਫੀ ਹਨੇਰੀ ਵਾਲਾ ਆ ਤੇ ਰਸਤਾ ਵੀ ਕਾਫੀ ਲੰਬਾ ਆ, ਯਾਨੀ ਸਿਚੁਏਸ਼ਨ ਬੜੀ ਵਰਸ ਆ। ਹੁਣ ਇੱਥੇ ਇਹਨਾਂ ਨੇ ਕੀ ਕੀਤਾ ਆ, said to ਨੂੰ ਕਨਵਰਟ ਕੀਤਾ ਗਿਆ told ਵਿੱਚ, ਇਨਵਰਟਿਡ ਕੋਮਾਸ ਹਟ ਕੇ ਲੱਗ ਗਿਆ that, then is ਇੱਥੇ ਵੀ ਆ ਤੇ is ਇੱਥੇ ਵੀ ਆ। ਇਹਨਾਂ ਦੋਵਾਂ ਦੀ ਜਗ੍ਹਾ ਤੇ ਕੀ ਆ ਗਿਆ was were, ਠੀਕ ਹੈ, ਕਿਉਂਕਿ ਆਪਾਂ is mr ਨੂੰ ਕੱਚ ਕਨਵਰਟ ਕਰਦੇ ਆ was were ਦੇ ਵਿੱਚ। ਸੋ ਜਿਹੜੀਆਂ ਵਰਬਸ ਚੇਂਜ ਹੋਣੀਆਂ ਸੀ ਉਹ is ਨੇ ਚੇਂਜ ਹੋ ਜਾਣਾ ਸੀ was ਦੇ ਵਿੱਚ, ਠੀਕ ਹੈ। ਦੈਨ 8th ਸੈਂਟੈਂਸ ਹੈਗਾ ਆ, the teacher said I'll prove now that the earth moves round the sun। ਕੀ ਕਿਹਾ ਉਹਨਾਂ ਨੇ, the teacher said। ਹੁਣ ਇੱਥੇ ਬੱਚੇ ਕੋਈ ਆਬਜੈਕਟ ਨਹੀਂ ਹੈਗਾ, ਟੀਚਰ ਨੇ ਕਿਹਨੂੰ ਕਿਹਾ ਇਹ ਨਹੀਂ ਲਿਖਿਆ ਹੋਇਆ, ਬਸ ਟੀਚਰ ਨੇ ਕਿਹਾ, ਯਾਨੀ ਕਿ ਇੱਥੇ ਕੱਲੀ ਅਵੇਲੇਬਿਲਿਟੀ ਜਿਹੜੀ ਹੈਗੀ ਆ ਉਹ ਕਾਦੀ ਆ, there is only subject। ਕੀ ਕਿਹਾ, ਹੁਣ said ਦਾ as it is ਤੁਸੀਂ ਅੱਗੇ said ਲਿਖਤਾ, ਇਨਵਰਟਿਡ ਕੋਮਾਸ ਹਟ ਕੇ that ਲੱਗ ਗਿਆ। ਆਈ ਨੇ ਚੇਂਜ ਹੋਣਾ ਸੀ ਟੀਚਰ ਦੇ ਹਿਸਾਬ ਨਾਲ, ਯਾਨੀ ਸਬਜੈਕਟ ਦੇ ਹਿਸਾਬ ਨਾਲ। ਅਗਰ ਉਹ ਲੇਡੀ ਆ ਤੇ ਆਪਾਂ ਕੀ ਲਗਾ ਸਕਦੇ ਆ she। ਦੈਨ ਵਿਲ ਕੱਚ ਕਨਵਰਟ ਹੋ ਗਿਆ ਵੁੱਡ ਦੇ ਵਿੱਚ, ਪ੍ਰੂਫ ਦਾ ਪ੍ਰੂਫ ਹੀ ਰਹਿਣਾ ਵਾ ਕਿਉਂਕਿ ਇਹ ਮਾਡਲ ਆ। ਵੁੱਡ ਤੇ ਵਿਲ ਦੋਵੇਂ ਮਾਡਲ ਹੁੰਦੇ ਆ, ਇਸ ਤੋਂ ਬਾਅਦ ਚ ਵਰਬ ਦੀ ਪਹਿਲੀ ਫਾਰਮ ਹੀ ਆਉਣੀ ਸੀਗੀ, ਸੋ ਪ੍ਰੂਫ ਦਾ ਪ੍ਰੂਫ ਰਿਹਾ। ਨਾਉ ਕਨਵਰਟ ਹੋ ਗਿਆ ਦੈਨ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਆਹ ਚੀਜ਼ ਵਾ ਨਾ ਸਾਰੀ, ਦੈਟ ਦਾ ਅਰਥ ਮੂਵਸ ਅਰਾਊਂਡ ਦਾ ਸਨ। ਹੁਣ ਤੁਹਾਨੂੰ ਮੈਂ ਕਹਾਂ ਕਿ ਅਰਥ ਜਿਹੜੀ ਆ ਉਹ ਸੂਰਜ ਦੇ ਦੁਆਲੇ ਘੁੰਮਦੀ ਆ, ਇਸ ਚੀਜ਼ ਨੂੰ ਚੇਂਜ ਕਰ ਸਕਦੇ ਹੋ ਤੁਸੀਂ, ਇਫੈਕਟ ਨੂੰ ਨਹੀਂ ਨਾ ਕਰ ਸਕਦੇ ਆਪਾਂ ਚੇਂਜ, ਠੀਕ ਹੈ। ਸੋ ਇਹ ਚੀਜ਼ ਜਿੱਦਾਂ ਵਾ ਇਹ ਕਹਿ ਲਓ ਕਿ ਕੁਦਰਤੀ ਆ ਜਾਂ ਪਰਮਾਤਮਾ ਵੱਲੋਂ ਹੀ ਐਵੇਂ ਆ ਕਿ ਇਹਨੇ ਇਦਾਂ ਹੀ ਰਹਿਣਾ ਵਾ,
ठीक है। तो ये ਜਿਹੜੇ यूनिवर्सल ट्रुथ ਹੁੰਦੇ ਆ ਨਾ ਇਹਨਾਂ ਨੂੰ ਚੇਂਜ ਨਹੀਂ ਕਰੀਦਾ, ਇਹਨਾਂ ਨੂੰ ਐਜ਼ ਇਟ ਇਜ਼ ਲਿਖੀਦਾ ਆ। तो ਇਹਦੀ ਜਿਹੜੀ ਵਰਬ ਵੀ ਹੁੰਦੀ ਆ ਉਹ ਜੇ V1 ਆ ਤੇ ਉਹਨੂੰ V1 ਹੀ ਤੁਸੀਂ ਰਹਿਣ ਦੇਣਾ, ਉਹਨੂੰ ਤੁਸੀਂ ਕਿਸੇ ਹੋਰ ਚੀਜ਼ 'ਚ ਕਨਵਰਟ ਨਹੀਂ ਕਰ ਸਕਦੇ। ठीक है। तो ਜਿਹੜਾ ਚੇਂਜ ਆਇਆ ਉਹ ਸਿਰਫ ਇੱਥੇ ਕਿਤੇ ਚੇਂਜ ਆਇਆ, ਬਾਕੀ ਕਿਸੇ ਚੀਜ਼ ਜਗ੍ਹਾ ਤੇ ਚੇਂਜ ਨਹੀਂ ਆਇਆ। ठीक है। then 9th sentence ਹੈਗਾ ਆ the teacher said to me। ਹੁਣ ਇੱਥੇ subject ਵੀ ਹੈਗਾ, ਕਿਹਨੂੰ ਕਿਹਾ ਗਿਆ me ਨੂੰ, object ਵੀ ਹੈਗਾ, it's a subject, it's a object। ਕਿਹਾ ਕੀ ਗਿਆ ਆ ਕਿ ਤੁਹਾਨੂੰ ਪ੍ਰਾਈਜ਼ ਜਿਹੜਾ ਵਾ ਕੱਲ ਦਿੱਤਾ ਜਾਏਗਾ। ਠੀਕ ਹੈ। ਸੋ said to convert ਕੀਤਾ ਗਿਆ told ਵਿੱਚ, ਇਨਵਰਟਿਡ ਕਾਮਾਸ ਹਟ ਕੇ ਲੱਗਿਆ that। ਇਸ ਤੋਂ ਬਾਅਦ ਵਿੱਚ will ਨੂੰ ਚੇਂਜ ਕੀਤਾ ਗਿਆ would ਦੇ ਵਿੱਚ, ਤੇ you second person ਸੀਗਾ, ਇੰਨੇ ਆਬਜੈਕਟ ਦੇ ਹਿਸਾਬ ਨਾਲ ਵਰਤਿਆ ਜਾਣਾ ਸੀਗਾ, ਯਾਨੀ ਯੂ ਦਾ ਬਣ ਜਾਣਾ ਸੀਗਾ ਮੀ। ਸੋ ਆਲਰੇਡੀ ਆਪਾਂ ਕੀ ਇੱਥੇ ਲਿਖਤਾ ਫਿਰ ਮੀ। ਟੁਮਾਰੋ ਆਉਣ ਵਾਲਾ ਦਿਨ ਹੁੰਦਾ ਆ, ਉਹਦੇ ਲਈ ਲਿਖ ਦਿੱਤਾ ਇੱਕ ਫਰੇਜ਼ ਦਾ ਨੈਕਸਟ ਡੇ। ਠੀਕ ਹੈ। ਸੋ ਸੈਂਟੈਂਸ ਸਾਡਾ ਕੀ ਬਣ ਗਿਆ, sentence ਤੁਹਾਡਾ ਬਣ ਗਿਆ the teacher told me that the prize would be presented to me the next day। then 10th ਹੈਗਾ ਆ he made a promise I'll come if I can। ਹੁਣ ਆਪਾਂ ਜ਼ਿਆਦਾਤਰ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਆਹ ਵਾਲਾ ਹਿੱਸਾ ਹੁੰਦਾ ਨਾ ਇਹਨੂੰ ਆਪਾਂ ਕਹਿੰਦੇ ਰਿਪੋਰਟਡ ਵਰਬ। ਇਹਨਾਂ 'ਚ ਨਾ ਆਹ ਚੀਜ਼ ਲਗਭਗ ਪਾਸਟ ਵਿੱਚ ਰਹਿੰਦੀ ਆ, ਯਾਨੀ said ਲਿਖਿਆ ਵਾ, ਇੱਥੇ made ਲਿਖਿਆ ਵਾ, ਯਾਨੀ ਇਹ ਵੀ ਪਾਸਟ ਵਿੱਚ V2 ਫਾਰਮ ਆ ਇਹਦੀ। ਸੋ ਇੰਨਾ ਹਿੱਸਾ ਜਿਹੜਾ ਵਾ ਇਹ ਹੈਗਾ ਵਾ ਤੁਹਾਡਾ ਰਿਪੋਰਟਡ ਵਰਬ ਦਾ। ਠੀਕ ਹੈ। ਇਹਨੂੰ ਕੀ ਕੀਤਾ ਆਪਾਂ ਕੱਚ ਕਨਵਰਟ ਕਰਤਾ ਹੀ ਮੇਡ ਅ ਪ੍ਰੋਮਿਸ। ਇਹਨੂੰ ਛੇੜਿਆ ਨਹੀਂ ਆਪਾਂ, ਕਿਉਂਕਿ ਜਿੱਦਾਂ ਸੈਡ ਦਾ ਸੈਡ ਲਿਖਿਆ ਜਾਂਦਾ ਵਾ ਨਾ ਉਸੇ ਤਰੀਕੇ ਨਾਲ ਆਪਾਂ ਇਸੇ ਮੇਡ ਵਰਡ ਨੂੰ ਮੇਡ ਹੀ ਰਹਿਣ ਦੇਣਾ ਸੀ। ਸੋ ਸੈਂਟੈਂਸ ਬਣ ਗਿਆ ਹੀ ਮੇਡ ਅ ਪ੍ਰੋਮਿਸ। ਠੀਕ ਹੈ। ਇਨਵਰਟਿਡ ਕਾਮਸ ਨੂੰ ਹਟਾ ਕੇ ਆਪਾਂ ਉਹਦੀ ਜਗ੍ਹਾ ਤੇ ਲਗਾ ਦਿੱਤਾ that। ਫਿਰ ਆਈ ਨੇ ਚੇਂਜ ਹੋਣਾ ਸੀ ਇਹਦੇ ਹਿਸਾਬ ਨਾਲ ਤੇ ਲੱਗ ਗਿਆ ਹੀ। will ਚੇਂਜ ਹੋ ਗਿਆ would ਦੇ ਵਿੱਚ, ਤੇ ਕਮ ਚੇਂਜ ਹੋ ਗਿਆ ਗੋ ਦੇ ਵਿੱਚ। ਠੀਕ ਹੈ। ਇਹ ਮੈਂ ਦੁਬਾਰਾ ਕੀਤਾ ਸੀ, ਕੱਟ ਕੀਤਾ ਸੀ, ਕਿਉਂਕਿ ਇਹ ਇੱਕ ਪਿੱਛੋਂ ਰੂਲ ਆ ਕਿ ਕਮ ਦਾ ਗੋ ਹੀ ਬਣਦਾ ਆ। ਦੈਨ ਇਫ ਦਾ ਇਫ ਹੀ ਰਹਿਣਾ ਆ, ਆਈ ਚੇਂਜ ਹੋਣਾ ਵਾ ਅਗੇਨ ਹੀ ਦੇ ਹਿਸਾਬ ਨਾਲ, ਸੋ ਹੀ ਲਾਤਾ ਇੱਥੇ। ਤੇ ਕੈਨ ਦੀ ਸੈਕੰਡ ਫਾਰਮ ਕੀ ਆ V2, ਸੈਕੰਡ ਫਾਰਮ ਯਾਨੀ ਪਾਸਟ ਫਾਰਮ ਉਹ ਹੁੰਦੀ ਆ ਕੈਨ ਦੀ could। ਸੋ ਇਸ ਤਰੀਕੇ ਨਾਲ ਇਹ ਸੈਂਟੈਂਸ ਚੇਂਜ ਹੋਇਆ he made a promise that he would go if he could। ਉਹ ਜਾਊਗਾ ਜੇ ਉਹ ਜਾ ਸਕਦਾ ਹੋਊਗਾ। ਠੀਕ ਹੈ। ਕਲੀਅਰ ਹੈ ਨਾ मैम? यस मैम यस। ਓਕੇ ਫਾਈਨ। ਪੀਡੀਐਫ ਨੂੰ ਕੀ ਹੋ ਗਿਆ, मूव नहीं हो रही। चेंज ही नहीं, हम किदा करा इनू चेंज। सॉरी एक मिनट गलत हो गया। नजर आ रहा सबनों? मैम नो नहीं आ रहा। ओके हाँ जी। अगली जी एक्सरसाइज है ना बच्चे वो हैगी इंटरोगेटिव सेंटेंसेस दी। इंटरोगेटिव 15 के ओके। इंटरोगेटिव सेंटेंसेस ਜਿਹੜੇ ਹੁੰਦੇ ਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਇਹਦੇ ਇੰਟਰਚੇਂਜ ਬਾਰੇ ਦੱਸਾਂ ਕਿ ਕਿੱਦਾਂ ਚੇਂਜ ਹੋਣੇ ਹੁੰਦੇ ਆ। ਅਤੇ ਕੁਐਸਚਨਸ ਦੋ ਤਰ੍ਹਾਂ ਦੇ ਹੁੰਦੇ ਆ। ਠੀਕ ਹੈ। ਇੱਕ ਹੁੰਦੇ ਆ ਯੈਸ ਸਟੇਟਮੈਂਟ ਵਾਲੇ। ਯੈਸ ਨੋ ਟਾਈਪ ਉਹ ਵਾਲੇ ਹੋਣਗੇ ਜਿਨ੍ਹਾਂ ਦੇ ਵਿੱਚ ਹੈਲਪਿੰਗ ਵਰਬ ਸਟਾਰਟਿੰਗ ਚ ਆਉਂਦੀ ਆ
ਤੇ ਤੁਸੀਂ ਜਿਹੜਾ ਜਵਾਬ ਦਿੰਦੇ ਹੋ ਉਹ ਯੈਸ ਜਾਂ ਨੋ ਦੇ ਵਿੱਚ ਦਿੰਦੇ ਹੋ। ਹੁਣ ਮੈਂ ਤੁਹਾਨੂੰ ਪੁੱਛਾਂ ਆਰ ਯੂ ਲਿਸਨਿੰਗ, ਠੀਕ ਹੈ, ਕਿ ਤੁਸੀਂ ਮੈਨੂੰ ਸੁਣ ਰਹੇ ਹੋ, ਤੁਸੀਂ ਕਹੋਗੇ ਹਾਂ ਜਾਂ ਫਿਰ ਨਾ, ਠੀਕ ਹੈ, ਮਤਲਬ ਨਾ ਤਾਂ ਤੁਸੀਂ ਨਹੀਂ ਕਹਿਣਾ, ਅਗਰ ਸੁਣ ਰਹੇ ਹੋ ਤੇ ਹਾਂ ਕਹੋਗੇ। ਅਗਰ ਮੈਂ ਤੁਹਾਨੂੰ ਤੁਹਾਡੇ ਪਿੰਡ ਬਾਰੇ ਪੁੱਛਦੀ ਹਾਂ, ਤੁਹਾਡੇ ਨਾਮ ਬਾਰੇ ਪੁੱਛਦੀ ਹਾਂ, ਤੁਹਾਡੇ ਸਿਚੁਏਸ਼ਨ ਬਾਰੇ ਪੁੱਛਦੀ ਹਾਂ, ਤੇ ਤੁਸੀਂ ਉਹਦਾ ਜਵਾਬ ਇੱਕ ਸਟੇਟਮੈਂਟ 'ਚ ਦਿੰਦੇ ਹੋ, ਮਤਲਬ ਇੱਕ ਪੂਰਾ ਸੈਂਟੈਂਸ ਹੁੰਦਾ ਆ, ਠੀਕ ਹੈ। ਹੁਣ ਉਹ ਹੁੰਦੀ ਆ ਸਟੇਟਮੈਂਟ। ਅਗਰ ਹਾਂ ਨਾ ਦੇ ਵਿੱਚ ਯੈਸ ਨੋ 'ਚ ਪੁੱਛਿਆ ਜਾਂਦਾ ਆ, ਉਹ ਹੁੰਦੇ ਆ ਸੈਂਟੈਂਸਿਸ ਜਿਹੜੇ ਹੈਲਪਿੰਗ ਵਰਬ ਤੋਂ ਸਟਾਰਟ ਹੁੰਦੇ ਆ, ਠੀਕ ਹੈ। ਸੋ ਦੋ ਕਿਸਮ ਦੇ ਹੋ ਸਕਦੇ ਆ। ਹੈਲਪਿੰਗ ਵਰਬ ਵਾਲੇ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਕੰਜੰਕਸ਼ਨ ਲੱਗਦਾ ਆ ਨਾ, ਉਹਨਾਂ ਨੂੰ ਸਿੰਪਲ ਸੈਂਟੈਂਸਿਸ ਨੂੰ ਆਪਸ ਚ ਰਿਪੋਰਟਡ ਵਰਬ ਤੇ ਸਪੀਚ ਨੂੰ ਜੋੜਨ ਲਈ ਦੈਟ ਲੱਗਦਾ ਸੀਗਾ। ਤੇ ਜਿਹੜੇ ਇੰਟਰੋਗੇਟਿਵ ਹੁੰਦੇ ਆ ਇਹਨਾਂ ਦੇ ਵਿੱਚ ਇਫ ਵਰਡ ਜਿਹੜਾ ਵਾ ਉਹ ਕੰਜੰਕਸ਼ਨ ਦੀ ਤਰ੍ਹਾਂ ਕੰਮ ਕਰੇਗਾ। ਤੇ ਜਿਹੜੇ ਸੈਂਟੈਂਸਿਸ ਹੋਣਗੇ ਤੁਹਾਡੇ ਸਟੇਟਮੈਂਟ ਵਾਲੇ, ਕਿਉਂ ਨਹੀਂ ਜ਼ੂਮ ਹੋ ਰਹੀ, ਉਹਨਾਂ ਦੇ ਵਿੱਚ ਲੱਗੇਗਾ, ਉਹਨਾਂ ਦੇ ਵਿੱਚ ਇਹ WH ਵਾਲੇ ਵਰਡਸ ਜਿਹੜੇ ਆ ਉਹੀ ਕੰਜੰਕਸ਼ਨ ਬਣ ਜਾਣਗੇ, ਠੀਕ ਹੈ। ਸੋ ਇਹ ਚੀਜ਼ ਹੁੰਦੀ ਆ। ਹੁਣ ਪਹਿਲਾ ਸੈਂਟੈਂਸ ਜਿਹੜਾ ਆ ਉਹ ਕੀ ਕਿਹਾ ਜਾ ਰਿਹਾ, ਵੇਅਰ ਡਜ਼ ਸ਼ੀ ਲਿਵ, ਕਿ ਉਹ ਕਿੱਥੇ ਰਹਿੰਦੀ ਹੈ, ਠੀਕ ਹੈ। ਹੀ ਸੈਡ, ਇਹ ਜ਼ਰੂਰੀ ਨਹੀਂ ਹੁੰਦਾ ਕਿ ਇਨਵਰਟਿਡ ਕਾਮਸ ਵਿੱਚ ਜਿਹੜੀ ਚੀਜ਼ ਲਿਖੀ ਆ ਉਹ ਰਿਪੋਰਟਡ ਵਰਬ ਤੋਂ ਬਾਅਦ ਚ ਲਿਖੀ ਜਾਵੇ। ਹੁਣ ਇੱਥੇ ਕੀ ਕੀਤਾ ਆ, ਰਿਪੋਰਟਡ ਸਪੀਚ ਪਹਿਲਾਂ ਵਾ ਤੇ ਰਿਪੋਰਟਡ ਵਰਬ ਜਿਹੜੀ ਆ, ਯਾਨੀ ਜਿੰਨੇ ਉਹ ਸ਼ਬਦ ਕਹੇ ਆ ਉਹ ਬਾਅਦ ਚ ਲਿਖਿਆ ਹੋਇਆ ਆ। ਬਟ ਸ਼ਰਤ ਇਹ ਆ ਕਿ ਜਦੋਂ ਤੁਸੀਂ ਇਨਡਾਇਰੈਕਟ ਵਿੱਚ ਕਨਵਰਟ ਕਰਦੇ ਹੋ ਫਿਰ ਤੁਸੀਂ ਰਿਪੋਰਟਡ ਵਰਬ ਨੂੰ ਹੀ ਅੱਗੇ ਲਿਖਣਾ ਹੁੰਦਾ ਆ, ਠੀਕ ਹੈ। ਸੋ ਜਿੱਦਾਂ ਹੁਣ ਇਹ ਸੈਂਟੈਂਸ ਨੂੰ ਕਿਵੇਂ ਕਨਵਰਟ ਕੀਤਾ ਗਿਆ, ਜਿਹੜਾ ਇਹ ਲਿਖਿਆ ਸੀ ਨਾ ਸੈਡ ਹੀ, ਉਹਦਾ ਆ ਗਿਆ ਹੀ ਆਸਡ। ਇਹਦੇ ਵਿੱਚ ਕੀ ਹੁੰਦਾ ਵਾ, ਸਿੰਪਲ ਸੈਂਟੈਂਸਿਸ ਵਿੱਚ ਅਗਰ ਸੈਡ ਲਿਖਿਆ ਤੇ ਸੈਡ ਹੀ ਲਿਖ ਦਿੰਦੇ ਜੇ ਸੀਗੇ, ਸੈਡ ਟੂ ਨੂੰ ਟੋਲਡ ਵੀ ਕਨਵਰਟ ਕਰ ਦਿੰਦੇ ਸੀਗੇ। ਇਹਨਾਂ ਸੈਂਟੈਂਸਿਸ ਵਿੱਚ ਕੀ ਆ ਕਿ ਅਗਰ ਤੁਸੀਂ ਇੱਕ ਕੁਐਸਚਨ ਕਰਕੇ ਕਿਸੇ ਨੂੰ ਰਿਕੁਐਸਟ ਕਰ ਰਹੇ ਹੋ, ਕੁਝ ਪੁੱਛ ਰਹੇ ਹੋ, ਤੁਸੀਂ ਰਿਕੁਐਸਟਡ ਆਫ ਲਿਖੋਗੇ। ਕਿਸੇ ਸਵਾਲ ਦੀ ਮੰਗ ਕਰ ਰਹੇ ਹੋ, ਡਿਮਾਂਡਡ ਆਫ, ਠੀਕ ਹੈ। ਅਗਰ ਕੋਈ ਇਨਕੁਆਇਰੀ ਕਰ ਰਹੇ ਹੋ, ਇਨਕੁਆਇਰ ਆਫ। ਅਗਰ ਤੁਸੀਂ ਕੁਝ ਪੁੱਛ ਰਹੇ ਹੋ ਦੈਨ ਆਸਕਡ, ਠੀਕ ਹੈ। ਸੋ ਇੱਥੇ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ, ਸੋ ਹੀ ਆਸਕਡ ਲਿਖਿਆ ਗਿਆ ਪਹਿਲਾਂ। ਇਸ ਤੋਂ ਬਾਅਦ ਵਿੱਚ ਕੀ ਆ, ਜ਼ੂਮ ਹੀ ਨਹੀਂ ਹੋ ਰਿਹਾ ਹੈ। ਇਹਦੇ ਵਿੱਚ ਕੀ ਕੀਤਾ ਆ ਬੱਚੇ, ਜਿਹੜਾ ਇਹ ਵੇਅਰ ਵਰਡ ਆ ਨਾ, ਇਹੀ ਜਿਹੜੇ WH ਵਾਲੇ ਵਰਡਸ ਇਹਨਾਂ ਨੇ ਤੁਹਾਡਾ ਕੰਜੰਕਸ਼ਨ ਬਣਨਾ, ਯਾਨੀ ਦੈਟ ਦਾ ਕੰਮ ਕਰਨਾ। ਪਹਿਲਾਂ ਤੁਸੀਂ ਇਹ ਲਗਾ ਲਿਆ, ਆ ਰਿਪੋਰਟਡ ਵਰਬ ਹੋ ਗਈ, ਇਹਦਾ ਕੰਮ ਇੱਥੇ ਖਤਮ ਹੋ ਗਿਆ। ਫਿਰ ਆ ਕੰਜੰਕਸ਼ਨ ਲੱਗਿਆ ਵੇਅਰ। ਫਿਰ ਤੁਸੀਂ ਇੰਨੇ ਹਿੱਸੇ ਚੋਂ ਚੈੱਕ ਕਰਨਾ ਆ ਕਿ ਸਬਜੈਕਟ ਕਿਹੜਾ ਆ। ਸਬਜੈਕਟ ਇੱਥੇ ਸ਼ੀ ਆ, ਕਿਉਂਕਿ ਸ਼ੀ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਤੇ ਸ਼ੀ ਦਾ ਐਜ਼ ਇਟ ਇਜ਼ ਤੁਸੀਂ ਸ਼ੀ ਪਲੇਸ ਕਰਤਾ, ਠੀਕ ਹੈ। ਪਹਿਲਾਂ WH ਵਾਲੇ ਵਰਡਸ ਨੂੰ ਲਿਖਣਾ, ਫਿਰ ਸਬਜੈਕਟ ਜਾਂ ਪ੍ਰੋਨਾउन ਨੂੰ ਲਿਖਣਾ ਹੁੰਦਾ ਆ। ਫਿਰ ਤੁਸੀਂ ਚੈੱਕ ਕਰਨਾ ਆ ਹੈਲਪਿੰਗ ਵਰਬ ਤੇ ਮੇਨ ਵਰਬ ਨੂੰ। ਜਿਹੜੇ ਡੂ ਡਜ਼ ਵਾ ਨਾ, ਜਾਂ ਵਰਬ ਦੀ ਪਹਿਲੀ ਫਾਰਮ ਆ, ਇਹ ਲੱਗਦੀ ਹੁੰਦੀ ਆ ਪ੍ਰੈਜ਼ੈਂਟ ਇਨਡੈਫੀਨਿਟ ਦੇ ਵਿੱਚ, ਠੀਕ ਹੈ। ਤੇ ਉਹ ਜਿਹੜਾ ਪ੍ਰੈਜ਼ੈਂਟ ਇਨਡੈਫੀਨਿਟ ਆ ਉਹ ਕੱਚ ਕਨਵਰਟ ਹੁੰਦਾ ਪਾਸਟ ਇਨਡੈਫੀਨਿਟ ਚ, ਠੀਕ ਹੈ। ਯਾਨੀ ਕਿ ਇਹਨਾਂ ਦੋਵਾਂ ਨੂੰ ਵੇਖ ਕੇ ਆਪਾਂ ਪ੍ਰੈਜ਼ੈਂਟ ਇਨਡੈਫੀਨਿਟ ਪਾਸਟ ਇਨਡੈਫੀਨਿਟ ਚ ਜਾਂਦਾ ਨਾ, ਯਾਨੀ V1 ਕਨਵਰਟ ਹੋ ਜਾਏਗੀ V2 ਚ, ਯਾਨੀ ਲਿਵਡ ਦਾ ਕੀ ਬਣ ਗਿਆ, ਲਿਵਡ, ਠੀਕ ਹੈ। ਸੋ ਇਸ ਤਰੀਕੇ ਨਾਲ ਸੈਂਟੈਂਸ ਟ੍ਰਾਂਸਫਾਰਮ ਹੋਇਆ, ਹੀ ਆਸਕਡ, ਵੇਅਰ, ਸ਼ੀ, ਇਹਨਾਂ ਦੋਵਾਂ ਨੂੰ ਚੇਂਜ ਕਰਤਾ ਆਪਾਂ ਲਿਵਡ ਦੇ ਵਿੱਚ। ਕਲੀਅਰ ਆ। ਆ ਹੈਗਾ ਤੁਹਾਡਾ ਕੰਜੰਕਸ਼ਨ। ਕੇਸ ਵਿੱਚ ਜਿੱਥੇ ਸਟੇਟਮੈਂਟ ਆ, ਯਾਨੀ ਪੁੱਛਿਆ ਗਿਆ ਸੀਗਾ ਕਿ ਤੁਸੀਂ ਕਿੱਥੇ ਰਹਿੰਦੇ ਹੋ। ਸੈਕਿੰਡ ਸੈਂਟੈਂਸ ਜਿਹੜਾ ਹੈਗਾ ਆ, ਇਹ ਹੈਗਾ ਆ ਹੀ ਵਾਂਟਡ ਟੂ ਨੋ ਡਿਡ ਸ਼ੀ ਲਿਵ ਟੁਮਾਰੋ, ਠੀਕ ਹੈ। ਇਹਦੇ ਵਿੱਚ ਕੀ ਆ, ਹੀ ਵਾਂਟਡ, ਜਿੱਦਾਂ ਸਿੰਪਲ ਸੈਂਟੈਂਸਿਸ ਵਿੱਚ ਵਰਬ ਦੀ ਸੈਕਿੰਡ ਫਾਰਮ ਨਹੀਂ ਸੀ ਲੱਗਦੀ, ਸੈਡ, ਟੋਲਡ, ਉਸੇ ਤਰੀਕੇ ਨਾਲ ਵਾਂਟ ਦੇ ਪਿੱਛੇ AD ਲੱਗਾ, ਯਾਨੀ ਕਿ ਇਹ ਵੀ ਰਿਪੋਰਟਡ ਵਰਬ ਆ, ਠੀਕ ਹੈ ਨਾ। ਸੋ ਇਹਨੂੰ ਆਪਾਂ ਇਦਾਂ ਹੀ ਰਹਿਣ ਦੇਣਾ, ਹੀ ਵਾਂਟਡ ਟੂ ਨੋ ਨੂੰ ਕਨਵਰਟ ਆਪਾਂ ਕਰਤਾ ਟੂ ਇਨਕੁਆਇਰ ਆਫ, ਇਨਕੁਆਇਰ ਵਿੱਚ, ਠੀਕ ਹੈ। ਆਫ ਅਸ ਆਪਾਂ ਖੁਦ ਤੋਂ ਐਡ ਕੀਤਾ ਆ, ਠੀਕ ਹੈ। ਉਹਨੂੰ ਐਡ ਕਰਨ ਦਾ ਕਾਰਨ ਕੀ ਹੁੰਦਾ ਵਾ ਕਿ ਕਈ ਵਾਰੀ ਹੁਣ ਜਿੱਦਾਂ ਇੱਥੇ ਹੀ ਵਾਂਟਡ ਟੂ ਨੋ, ਕਿਹਦੇ ਕੋਲੋਂ ਜਾਣਨਾ ਚਾਹੁੰਦਾ ਆ, ਦੱਸਿਆ ਨਹੀਂ ਨਾ ਗਿਆ। ਇੱਥੇ ਆਪਾਂ ਸਵਾਲ ਕਰ ਰਹੇ ਹਾਂ ਕਿ ਕਿਹਨੂੰ ਪੁੱਛ ਰਿਹਾ ਉਹ ਨਹੀਂ ਪਤਾ। ਸੋ ਉਹ ਚੀਜ਼ ਨੂੰ ਜਿਹੜੀ ਆ ਨਾ ਆਪਾਂ ਖੁਦ ਤੋਂ ਐਡ ਕਰ ਸਕਦੇ ਹਾਂ। ਇੱਥੇ ਅਸ ਵੀ ਆ ਸਕਦਾ ਸੀਗਾ, ਇੱਥੇ ਮੀ ਵੀ ਆ ਸਕਦਾ ਸੀ,
ਕਿ ਉਹ ਮੇਰੇ ਤੋਂ ਪੁੱਛ ਰਹੀ ਸੀ ਜਾਂ ਸਾਡੇ ਕੋਲੋਂ ਪੁੱਛ ਰਹੀ ਸੀ ਜਾਂ ਸਾਡੇ ਕੋਲ ਜਾਣਨਾ ਚਾਹੁੰਦੀ ਸੀ। ਠੀਕ ਹੈ, ਸੋ ਇਹ ਚੀਜ਼ ਖੁਦ ਤੋਂ ਐਡ ਕੀਤੀ ਗਈ ਆ। ਹੁਣ ਤੁਸੀਂ ਵੇਖਣਾ ਵਾ ਕਿ ਸੈਂਟੈਂਸ ਜਿਹੜਾ ਇਹ ਕੁਐਸਚਨ ਆ ਇਹ ਕਿਹੜੀ ਟਾਈਪ ਦਾ ਵਾ। ਸਟਾਰਟਿੰਗ ਵਿੱਚ ਹੈਲਪਿੰਗ ਵਰਬ ਆ ਰਹੀ ਆ, ਮਤਲਬ ਯੈਸ ਨੋ ਟਾਈਪ ਦਾ ਕੁਐਸਚਨ ਆ ਇਹ। ਸੋ ਇੱਥੇ ਜਿਹੜਾ ਕੰਜੰਕਸ਼ਨ ਬਣਨਾ ਸੀਗਾ ਉਹ ਇਫ ਜਾਂ ਵੈਦਰ ਲਿਖਿਆ ਜਾਣਾ ਸੀ। ਆਪਾਂ ਵੈਦਰ ਨਹੀਂ ਲਿਖਦੇ, ਆਪਾਂ ਇਫ ਲਗਾ ਲਿਆ। ਠੀਕ ਹੈ, ਇੰਨਾ ਹੋ ਗਿਆ। ਇਸ ਤੋਂ ਬਾਅਦ ਵਿੱਚ ਤੁਸੀਂ ਵੇਖਣਾ ਵਾ ਕਿ ਇਹ ਸੈਂਟੈਂਸ ਦੇ ਵਿੱਚ ਪ੍ਰਨਾਉਨ ਕਿਹੜਾ ਜਾਂ ਸਬਜੈਕਟ ਕਿਹੜਾ। she ਆ ਨਾ, she ਨੂੰ ਚੇਂਜ ਨਹੀਂ ਕਰਦੇ, she ਦਾ she ਆ ਜਾਂਦਾ, ਸੋ ਇੱਥੇ ਆਪਾਂ ਲਿਖਤਾ she। ਇਸ ਤੋਂ ਬਾਅਦ ਚੈੱਕ ਕਰਨਾ ਆ ਤੁਸੀਂ verb ਨੂੰ। ਠੀਕ ਹੈ, verb ਨੂੰ ਚੈੱਕ ਕਰਨਾ ਆ, ਉਹਦੇ ਲਈ ਆਪਾਂ ਲੀਵ ਵਰਡ ਨੂੰ ਦੇਖਾਂਗੇ, ਇੱਕ ਲੀਵ ਨੂੰ ਤੇ ਇੱਕ ਡਿਡ ਨੂੰ। verb ਆ, ਇਹ ਮੇਨ verb ਆ। ਡਿਡ ਲੱਗਦਾ ਹੁੰਦਾ ਵਾ ਤੁਹਾਡਾ ਪ੍ਰੈਜ਼ੈਂਟ ਡੈਫੀਨਿਟ ਸੌਰੀ ਪਾਸਟ ਇੰਡੈਫੀਨਿਟ ਚ, ਤੇ ਪਾਸਟ ਇੰਡੈਫੀਨਿਟ ਕੀ ਕਰਦਾ ਆ, ਪਾਸਟ ਇੰਡੈਫੀਨਿਟ ਇੱਕ ਬਾਕਸ ਛੱਡ ਕੇ ਅਗਲੇ 'ਚ ਜਾਂਦਾ ਆ, ਯਾਨੀ ਕਿ ਇੱਥੇ ਪ੍ਰੈਜ਼ੈਂਟ ਪਰਫੈਕਟ ਦਾ ਰੂਲ ਅਪਲਾਈ ਹੋਣਾ ਆ। ਠੀਕ ਹੈ, ਤੇ ਉਹਦੇ ਵਿੱਚ ਕੀ ਲੱਗਦਾ ਹੁੰਦਾ ਵਾ, ਇਹਦੇ ਵਿੱਚ ਲੱਗਦਾ ਹੁੰਦਾ ਵਾ ਹੈਡ ਤੇ ਨਾਲ V3 ਲੱਗੇਗੀ। ਠੀਕ ਹੈ, ਸੋ ਇੱਥੇ ਕੀ ਹੋਇਆ, ਲੀਵ ਦਾ ਬਣ ਗਿਆ ਹੈਡ ਲੈਫਟ। ਠੀਕ ਹੈ, ਦੈਨ ਹੈਗਾ ਸੀਗਾ ਵਰਡ ਟੁਮਾਰੋ। ਟੁਮਾਰੋ ਯਾਨੀ ਆਉਣ ਵਾਲਾ ਕੱਲ, ਉਹਦੇ ਲਈ ਇੱਕ ਵਰਡ ਫਰੇਜ਼ ਹੁੰਦਾ ਆ ਦੈਟ ਇਜ਼ ਦਾ ਨੈਕਸਟ ਡੇ। ਠੀਕ ਹੈ, ਸੋ ਸੈਂਟੈਂਸ ਕੀ ਬਣ ਗਿਆ ਤੁਹਾਡਾ, ਹੀ ਵਾਂਟਡ ਟੂ ਇਨਕੁਆਇਰ ਆਫ ਅਸ, ਕਿ ਉਹ ਸਾਡੇ ਤੋਂ ਜਾਣਨਾ ਚਾਹੁੰਦਾ ਸੀਗਾ ਕਿ ਕੀ ਉਹ ਅਗਲੇ ਦਿਨ ਚਲੀ ਗਈ ਸੀ ਜਾਂ ਜਾ ਚੁੱਕੀ ਸੀ। ਠੀਕ ਹੈ, ਦੈਨ ਤੁਹਾਡਾ ਹੈਗਾ ਥਰਡ ਸੈਂਟੈਂਸ। ਥਰਡ ਦੇ ਵਿੱਚ ਉਹ ਕਹਿ ਰਹੇ ਆ he said to me why did you stop there, ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਉੱਥੇ ਕਿਉਂ ਰੁਕ ਗਏ। ਠੀਕ ਹੈ, ਹੁਣ ਅਗੇਨ ਵਾਈ ਯਾਨੀ ਮੈਂ ਕਾਰਨ ਪੁੱਛ ਰਹੀ ਹਾਂ, ਤੇ ਸਟੇਟਮੈਂਟ 'ਚ ਜਵਾਬ ਦੇਵੋਗੇ ਨਾ, ਯਾਨੀ ਕਿ ਇਸੇ ਚੀਜ਼ ਨੇ ਤੁਹਾਡਾ ਕੰਜੰਕਸ਼ਨ ਬਣਨਾ। ਹੁਣ ਸਵਾਲ ਕੀਤਾ ਜਾ ਰਿਹਾ ਆ, ਮੰਗ ਕੀਤੀ ਜਾ ਰਹੀ ਸਵਾਲ ਦੀ, ਸੈਟ ਟੂ ਕਨਵਰਟ ਕੀਤਾ ਗਿਆ ਡਿਮਾਂਡਡ 'ਚ। ਇਹ ਡਿਮਾਂਡਡ ਕਿਹਨੂੰ ਪੁੱਛਿਆ ਗਿਆ ਸੀ, ਮੀ ਨੂੰ, ਆਫ ਮੀ ਕਰਤਾ। ਠੀਕ ਹੈ, ਹੀ ਡਿਮਾਂਡਡ ਆਫ ਮੀ, ਇੱਥੋਂ ਤੱਕ ਤੁਹਾਡੀ ਰਿਪੋਰਟਡ ਵਰਬ ਹੋ ਗਈ, ਆਹ ਤੁਹਾਡਾ ਕੰਜੰਕਸ਼ਨ ਹੋ ਗਿਆ। ਹੁਣ ਇੰਨੇ ਸੈਂਟੈਂਸ ਵਿੱਚੋਂ ਇਹ ਵੇਖਣਾ ਆ ਤੁਸੀਂ ਕਿ ਪ੍ਰੋਨਾਉਨ ਕਿਹੜਾ ਆ, ਯਾਨੀ ਸਬਜੈਕਟ ਕਿਹੜਾ ਲਗਾਓਗੇ। ਇੱਥੇ ਯੂ ਆ, ਉਹਨੇ ਚੇਂਜ ਹੋਣਾ ਵਾ ਆਬਜੈਕਟ ਦੇ ਹਿਸਾਬ ਨਾਲ, ਯਾਨੀ ਮੀ ਦੇ ਹਿਸਾਬ ਨਾਲ। ਉਸ ਯੂ ਦੀ ਜਗ੍ਹਾ ਤੇ ਆਪਾਂ ਆਈ ਲਗਾਇਆ। ਆਈ ਕਿਉਂ ਲਗਾਇਆ, ਕਿਉਂਕਿ ਸਟਾਰਟਿੰਗ ਆ, ਜਦੋਂ ਸਟਾਰਟ ਕਰਦੇ ਹਾਂ ਕੋਈ ਵੀ ਸਟਾਰਟਿੰਗ ਵਿੱਚ ਥੋੜੀ ਮੀ ਲਗਾ ਦਾਂਗੇ, ਮੀ ਸੈਂਟੈਂਸ ਦੇ ਐਂਡ 'ਚ ਹੁੰਦਾ ਵਾ ਤੇ ਉਹਦੇ ਅੱਗੇ ਹੁੰਦਾ ਵਾ, ਇਹ ਇੱਕ ਦੂਜੇ ਦੀ ਜਗ੍ਹਾ ਇੱਕ ਹਿਸਾਬ। ਠੀਕ ਹੈ, ਜੇ ਮੀ ਆ ਤੇ ਉਹਨੂੰ ਆਪਾਂ ਕੱਚ ਕਨਵਰਟ ਕਰਨਾ ਆਈ 'ਚ, ਸੋ ਇਹ ਯੂ ਗਿਆ ਆਈ। ਠੀਕ ਹੈ, ਇੰਨਾ ਕੰਮ ਹੋ ਗਿਆ। WH ਵਰਡ ਵੀ ਲਗਾਤਾ ਤੇ ਆਪਾਂ ਪਰਸਨ ਨੂੰ ਵੀ ਚੇਂਜ ਕਰਤਾ। ਵੇਖਣੀ ਹੈਲਪਿੰਗ ਵਰਬ, ਉਹ ਹੈਗੀ ਆ ਡਿਡ ਤੇ ਸਟਾਪ। ਡਿਡ ਤੋਂ ਪਤਾ ਚੱਲ ਰਿਹਾ ਹੈ ਕਿ ਪਾਸਟ ਇਨਡੈਫੀਨੇਟ ਆ ਤੇ ਇਹਨੇ ਹੈਡ ਤੇ V3 ਤੇ ਚੇਂਜ ਹੋਣਾ, ਯਾਨੀ ਕਿ ਸਟਾਪ ਦਾ ਬਣ ਗਿਆ ਹੈਡ ਸਟਾਪ। ਠੀਕ ਹੈ, ਦੇਅਰ ਦਾ ਐਜ਼ ਇਟ ਇਜ਼ ਦੇਅਰ ਲਿਖਤਾ। ਹਾਂ, ਇੱਕ ਚੀਜ਼ ਮੈਂ ਹੋਰ ਦੱਸਣੀ ਸੀਗੀ, ਜਿਹੜੇ ਇੰਟੈਰੋਗੇਟਿਵ ਸੈਂਟੈਂਸਸ ਹੁੰਦੇ ਇਹਨਾਂ ਦੇ ਜਿੰਨੇ ਵੀ ਆ ਪਿੱਛੇ ਮਾਰਕ ਲੱਗਾ ਹੁੰਦਾ, ਕੁਐਸਚਨ ਮਾਰਕ, ਇਹ ਹਟ ਕੇ ਇੱਥੇ ਫੁੱਲ ਸਟਾਪ ਹੀ ਰਹਿ ਜਾਂਦਾ ਆ। ਠੀਕ ਹੈ, ਫੋਰਥ ਸੈਂਟੈਂਸ ਜਿਹੜਾ ਆ, ਫੋਰਥ ਹੈਗਾ ਆ he said I go to the playground today, ਉਹਨੇ ਕਿਹਾ ਪਿਤਾ ਦੇ ਗਰਾਊਂਡ ਵਿੱਚ ਖੇਡਣ ਲਈ ਜਾ ਸਕਦਾ ਆ, ਮਤਲਬ ਖੇਡਣ ਲਈ ਜਾਂ ਉੱਦਾਂ ਜਾ ਸਕਦਾ ਆ। ਹੁਣ ਇਹ ਕਿਸੇ ਨੂੰ ਰਿਕੁਐਸਟ ਕੀਤੀ ਜਾ ਰਹੀ ਆ, ਇੱਕ ਸਵਾਲ ਕੀਤਾ ਜਾ ਰਿਹਾ ਹੈ ਜਾਂ ਇੱਕ ਬੇਨਤੀ ਹੋਈ ਤੇ ਨਜ਼ਰ ਆ ਰਹੀ ਹੈ ਨਾ ਸਾਨੂੰ। ਹੁਣ ਇਹਦੇ ਵਿੱਚ ਫਾਦਰ ਜਿਹੜਾ ਡਾਇਲੋਗ ਦੇ ਵਿੱਚ ਆ, ਜਦੋਂ ਡਾਇਲੋਗ ਦੇ ਵਿੱਚ ਫਾਦਰ ਆ ਤੇ ਇਸੇ ਫਾਦਰ ਨੂੰ ਆਪਾਂ ਜਿਹੜਾ ਕੀ ਕਰਨਾ ਆ, ਇੱਧਰ ਲੈ ਆਉਣਾ, ਯਾਨੀ ਕਿ ਰਿਪੋਰਟਡ ਵਰਬ ਦਾ ਇੱਕ ਹਿੱਸਾ ਬਣਾ ਦੇਣਾ। ਸੋ ਉਹ ਕੀ ਬਣ ਜਾਣਾ, he requested his father, ਉਹਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ ਕਿ ਕੀ ਮੈਂ, ਠੀਕ ਹੈ, ਇੱਦਾਂ ਹੀ ਬਣੇਗਾ ਨਾ। ਹੁਣ ਇਹ ਸੈਂਟੈਂਸ ਜਿਹੜਾ ਇੱਕ ਕੁਐਸਚਨ ਆ, ਕਿਉਂਕਿ ਮੈਂ ਆ ਰਿਹਾ, ਹੈਲਪਿੰਗ ਵਰਬ ਆ ਰਹੀ ਆ, ਤੇ ਇੱਥੇ ਕੰਜੰਕਸ਼ਨ ਕੀ ਫਿਰ ਬਣਨਾ, ਆਈ ਫਸਟ ਪਰਸਨ ਚੇਂਜ ਹੋਊਗਾ he ਦੇ ਹਿਸਾਬ ਨਾਲ, ਸੋ ਇੱਥੇ ਕੀ ਲੱਗ ਗਿਆ ਉਹਦੀ ਜਗ੍ਹਾ he। ਠੀਕ ਹੈ, ਦੈਨ ਹੈਲਪਿੰਗ ਵਰਬ may ਸੀਗੀ, may ਤੋਂ ਕੀ ਬਣ ਗਿਆ might, go to the playground ਉਵੇਂ ਰਿਹਾ,
ਟੁਡੇ ਜਿਹੜਾ ਵਾ ਟੁਡੇ ਦਾ ਚੇਂਜ ਹੋ ਜਾਂਦਾ ਹੁੰਦਾ ਵਾ that day ਦੇ ਵਿੱਚ। ਠੀਕ ਹੈ, ਸੋ ਇਸ ਤਰੀਕੇ ਨਾਲ ਇਹ ਚੇਂਜ ਹੋਇਆ। ਸੋ ਸੈਂਟੈਂਸ ਤੁਹਾਡਾ ਬਣ ਗਿਆ ਤੇ ਰਿਕੁਐਸਟਡ ਹਿਸ ਫਾਦਰ ਮੇਕ ਨੋ ਟਾਈਪ ਅਤੇ ਇਫ ਆਈ ਦਾ ਸੀ ਬਣ ਗਿਆ ਮਾਈਟ ਬੁੱਕ ਦਾ then and the priest said do you know that the God is and the ones or ਹੁਣ ਪ੍ਰਿਸਟ ਹੁੰਦੇ ਜਿਹੜੇ ਚਰਚ ਵਿੱਚ ਫਾਦਰ ਹੁੰਦੇ ਆ। ਹੁਣ ਉਹ ਸਵਾਲ ਆਪਾਂ ਕਹਿ ਸਕਦੇ ਨਾ ਕਿ ਸਾਨੂੰ ਪੁੱਛਿਆ ਗਿਆ, ਕਿਉਂਕਿ ਹੁਣ ਇੱਥੇ ਪ੍ਰਿਸਟ ਨੇ ਕਿਹਾ ਵਾ, ਇੱਥੇ ਕਿਹਨੂੰ ਕਿਹਾ ਵਾ ਸਾਨੂੰ ਨਹੀਂ ਪਤਾ। ਆਬਜੈਕਟ ਆਪਾਂ ਨੂੰ ਸਿਰਫ ਕੋਲੋਂ ਲਗਾਉਣਾ ਪੈਣਾ ਆ, ਲਗਾਵਾਂਗੇ ਨਾ। ਠੀਕ ਹੈ, ਸੋ ਆਪਾਂ ਕੀ ਕੀਤਾ, ਦ ਪ੍ਰਿਸਟ ਡਿਮਾਂਡਡ ਆਫ ਅਸ ਆਪਾਂ ਖੁਦ ਤੋਂ ਐਡ ਕੀਤਾ। ਠੀਕ ਹੈ, ਇੱਥੇ ਰਿਪੋਰਟਡ ਵਰਬ ਖਤਮ ਹੋ ਗਈ। ਹੁਣ ਚੈੱਕ ਕਰਨਾ ਕੁਐਸਚਨ ਕਿਦਾਂ ਦਾ ਵਾ, ਡੂ ਲੱਗਾ ਵਾ ਤੇ ਯੈਸ ਨੋ ਟਾਈਪ ਆ, ਫਿਰ ਕੰਜੰਕਸ਼ਨ ਲੱਗ ਗਿਆ ਤੁਹਾਡਾ ਇੱਥੇ ਇਫ। ਫਿਰ ਵੇਖਣਾ ਵਾ ਪ੍ਰੋਨਾਉਨ ਕਿਹੜਾ ਜਾਂ ਸਬਜੈਕਟ ਕਿਹੜਾ ਇਸ ਕੁਐਸਚਨ 'ਚ, ਉਹ ਹੈਗਾ ਵਾ ਯੂ। ਯੂ ਚੇਂਜ ਹੋਊਗਾ ਆਬਜੈਕਟ ਦੇ ਹਿਸਾਬ ਨਾਲ, ਇੱਥੇ ਭਾਵੇਂ ਨਹੀਂ ਲੱਗਾ ਇੱਥੇ ਤੇ ਲੱਗਾ ਆ ਨਾ, ਸੋ ਆ ਗਿਆ ਆਫ ਅਸ। ਅਸ ਦੇ ਹਿਸਾਬ ਨਾਲ ਹੁਣ ਜੇ ਅਸ ਹੁੰਦਾ ਵਾ ਤੇ ਅਸ ਨੂੰ ਵੀ ਚ ਕਨਵਰਟ ਕਰ ਦਿੱਤਾ ਜਾਂਦਾ ਵਾ, ਤੇ ਜੇ ਵੀ ਹੋਵੇ ਤੇ ਉਹਨੂੰ ਅਸ ਚ ਕਨਵਰਟ ਕੀਤਾ ਜਾਂਦਾ। ਹੁਣ ਇੱਥੇ ਅਸ ਲਿਖਿਆ ਸੀਗਾ ਤੇ ਆਪਾਂ ਇਹ ਯੂ ਨੂੰ ਫਿਰ ਕੱਚ ਚੇਂਜ ਕਰਨਾ ਵੀ ਚ ਕਰ ਦਿੱਤਾ। ਠੀਕ ਹੈ, ਇਸ ਤੋਂ ਬਾਅਦ ਵਿੱਚ ਬੱਚੇ ਜਿਹੜਾ ਸੈਂਟੈਂਸ ਵਾ ਨਾ, ਇੱਥੇ ਨੋ ਲਿਖਿਆ ਮੇਨ ਵਰਬ, ਡੂ ਤੇ ਡਜ਼ ਇਹ ਹੁੰਦੇ ਪ੍ਰੈਜ਼ੈਂਟ ਇਨਡੈਫੀਨਿਟ ਦਾ ਹਿੱਸਾ। ਇਹ ਕਨਵਰਟ ਕੱਚ ਹੁੰਦਾ ਵਾ ਪਾਸਟ ਇਨਡੈਫੀਨਿਟ ਚ। ਠੀਕ ਹੈ, ਤੇ ਹੁਣ ਪਾਸਟ ਇਨਡੈਫੀਨਿਟ ਦਾ ਰੂਲ ਕੀ ਆ, V1 ਕਨਵਰਟ ਕੱਚ ਆਪਾਂ ਕਰ ਦੇਣੀ V2 ਚ, ਯਾਨੀ ਨੋ ਦਾ ਬਣ ਗਿਆ ਨਿਊ। ਠੀਕ ਹੈ, ਸੋ ਇੰਨਾ ਕ ਆਪਾਂ ਚੇਂਜ ਕਰਨਾ ਆ। ਇਸ ਤੋਂ ਬਾਅਦ ਜਿਹੜਾ that ਤੋਂ ਲੈ ਕੇ ਤੇ ਇੱਥੋਂ ਤੱਕ ਜਿੰਨਾ ਸੈਂਟੈਂਸ ਆ ਨਾ, ਇਹਨੂੰ ਤੁਸੀਂ ਚੇਂਜ ਨਹੀਂ ਕਰਨਾ। ਉਹਦਾ ਮੈਂ ਕਾਰਨ ਇੱਕ ਇਹੀ ਦੱਸਾਂਗੀ ਕਿ ਹੁੰਦਾ ਇਹ ਆ ਕਿ ਜਿਹੜਾ ਹੁੰਦਾ ਵਾ ਨਾ, ਹੁਣ ਜਿੱਦਾਂ ਮੈਂ ਕਹਾਂ ਕਿ ਪਰਮਾਤਮਾ ਹਰ ਚੀਜ਼ ਤੇ ਰਾਜ ਕਰਦਾ, ਯਾਨੀ ਪਰਮਾਤਮਾ ਦੀ ਰਜ਼ਾ ਬਿਨਾਂ ਕੁਝ ਵੀ ਨਹੀਂ ਬਦਲ ਸਕਦਾ ਜਾਂ ਚੇਂਜ ਨਹੀਂ ਹੋ ਸਕਦਾ। ਤੇ ਇਹ ਤੇ ਸੱਚ ਆ ਨਾ, ਯੂਨੀਵਰਸਲ ਟਰੁਥ ਆ, ਇਹਨੂੰ ਕੋਈ ਵੀ ਨਹੀਂ ਬਦਲ ਸਕਦਾ। ਸੋ ਇਹ ਚੀਜ਼ ਜਿਹੜੀ ਆ ਇਹ ਚੇਂਜ ਨਹੀਂ ਹੋ ਸਕਦੀ। ਸੋ ਇਹਦੇ ਹੈਲਪਿੰਗ ਵਰਬਸ ਨੂੰ ਵੀ ਆਪਾਂ ਚੇਂਜ ਨਹੀਂ ਕਰ ਸਕਦੇ, ਬਸ ਚੇਂਜ ਆਪਾਂ ਅੱਗੇ ਅੱਗੇ ਕਰਨਾ ਆ, ਇਸ ਤੋਂ ਬਾਅਦ ਵਿੱਚ ਨਹੀਂ। ਠੀਕ ਹੈ, ਸੋ ਇਸ ਕਰਕੇ ਆਪਾਂ ਇਹਨੂੰ ਜਿਹੜਾ ਪੂਰੇ ਨੂੰ ਚੇਂਜ ਨਹੀਂ ਕੀਤਾ। ਠੀਕ ਹੈ, ਸੋ ਦਿਸ ਇਜ਼ योर चैप्टर। बच्चे समझ आया सब ਨੂੰ? मम्मी यस। हाँ जी बच्चे, टाइम भी ਤੁਹਾਡਾ ਹੋ ਗਿਆ ਹੈ, 4 ਮਿੰਟਸ ਉੱਪਰ ਹੋ ਗਿਆ। ਆਪਣੀ ਤੁਸੀਂ ਜਿਹੜਾ ਮੈਸੇਜ ਬਾਕਸ ਆ ਉਹ ਚ ਅਟੈਂਡੈਂਸ ਡ੍ਰੌਪ ਕਰਕੇ ਲੀਵ ਕਰ ਸਕਦੇ ਹੋ। मैम वर्क ग्रुप च सेंड कर दोगे?